गुरु है बाणी विच बाणी अमृत सारे। गुरबाणी कह सेवक जन मानै परतख गुरु निस्तारै आस कृपान खंडो खड़ग तुपक तबर यार तीर सैफ सरोही सहथी यह हमारे पीर। रखे जो ईश्वर तुको ओ मेरा मैं तास। वड भागी ओ जानिया रह हमारे पास। वड भागी ओ जानिया रह हमारे पास। पतत पावन भगत वत्सल कृपा निधान ज्यादा जहूर हाजरा हजूर सर्व कला भरपूर। शब्द गुरु अवतार कलयुग के बोहित नाम के जहाज। दसां गुरुआं दी जोत धन 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 साहिब सतगुरु श्री गुरु ग्रंथ साहब महाराज जी की पावन पवित्र चरण सरन विच जोड़ बैठे गुरु खालसा साध संगत बड़े प्यार सत्कार नाल दोनों हाथ जोड़िए धन श्री गुरु ग्रंथ साहब महाराज नूं नतमस्तक होइए। धन गुरु गोबिंद सिंह जी महाराज वालों बख्शी हुई फतेह बुला के हाजरी लवाइए। सारे ही प्यार नाल आखिए जी वाहेगुरु जी का खालसा वाहेगुरु जी की फतेह। वडभागी साध संगत अकाल पुरख प्रभु अंतरजामी महाराज ने साढ़े ते बहुत ही अपार मेहर रहमत की है। पिछले चंगिया कर्मां दा फल आपां नूं ये मानस जन्म सदगुरां ने बख्शिश कीता है। भगत कबीर जी लिखते कबीर मानस जन्म दुर्लभ है होए न बारंगबार ज्यों बन फल पाके भोए गिरे बहुत न लागे डाल। गुरु की साध संगत कालयुग दे मालक ये कालयुग बीत रहा ते कालयुग दे विच राज आ धर्म दा। धन साहिब सतगुरु नानक देव महाराज जी जिन्होंने 10 जामे धारे आ धर्म का राज आ। धन गुरु गोबिंद सिंह जी महाराज दशमेश पिता जी गुरु की साध संगत जिन्होंने सानू लड़ लाया आद गुरु ग्रंथ साहब महाराज जी दे। धन गुरु नानक देव महाराज जी जिस वेले कृपा करते सी बाणी दियां बख्शियां करते सी
ਤੇ ਭਾਈ ਮਰਦਾਨੇ ਨੂੰ ਕਿਰਪਾ ਕਰਦੇ ਭਾਈ ਮਰਦਾਨਾ ਰਬਾਬ ਛੇੜ ਬਾਣੀ ਆਈ ਆ। ਮਹਾਰਾਜ ਨੇ ਰਹਿਮਤ ਕੀਤੀ ਸੀ। ਏਮਨਾਬਾਦ ਜਿਸ ਵੇਲੇ ਬਾਬਰ ਚੜ੍ਹ ਕੇ ਆਇਆ ਸੀ ਤੇ ਮਹਾਰਾਜ ਦੇ ਬਚਨਿਆਂ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਮਹਾਰਾਜ ਇਹ ਵੀ ਬਚਨਿਆ ਹੋ ਆਪੋ ਕੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਜੋ ਅਕਾਲ ਪੁਰਖ ਪਰਮੇਸ਼ਰ ਕਹਿੰਦੇ ਕਹਾਰਿਆ ਉਹ ਬਾਣੀ ਆ ਰਹੀ ਆ। ਜੋ ਮਹਾਰਾਜ ਨੇ ਬਾਣੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਚਾਰਨ ਕੀਤੀ ਉਹ ਬਾਣੀ ਲਿਖੀ ਜਾਂਦੀ ਸੀ। ਜਿਹੜੇ ਮਹਾਰਾਜ ਦੀ ਸੇਵਾ ਦੇ ਵਿੱਚ ਭਾਈ ਲਹਿਣਾ ਜੀ ਆਏ, ਜਿਹੜੇ ਸੇਵਾ ਦੇ ਵਿੱਚ ਪ੍ਰਵਾਨ ਚੜ੍ਹੇ, ਜਿਹਨਾਂ ਨੇ ਆਪਣੇ ਜਗ੍ਹਾ 'ਤੇ ਬਿਠਾਲ ਕੇ ਗੁਰਗੱਦੀਆਂ ਤਿਲਕ ਦਿਵਾਉਣਾ ਕੀਤਾ ਸੀ ਬਾਬਾ ਬੁੱਢਾ ਜੀ ਦੇ ਕੋਲੋਂ, ਉਹਨੂੰ ਉਹ ਬਾਣੀ ਬਖਸ਼ੀ ਕੀਤੀ ਸੀ ਪੋਥੀ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਰਹਿਮਤ ਕੀਤੀ, ਜਿਨ੍ਹਾਂ ਦੀ ਸੇਵਾ ਕਮਾਈ ਅਮਰਦਾਸ ਜੀ ਹੋਣਾ ਨੇ, ਜਿਹਦੇ ਮਾਣ ਪ੍ਰਾਪਤ ਹੋਇਆ, ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਆਸਰਾਂ ਦੇ ਆਸਰੇ। ਗੁਰੂ ਕੀ ਸਾਧ ਸੰਗਤ, ਭਾਈ ਜੇਠਾ ਜੀ ਜਿਹਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਕਮਾਈ, ਜਿਹਨਾਂ 'ਤੇ ਬਖਸ਼ਾਂ ਹੋਈਆਂ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਗੁਰੂ ਕੀ ਸਾਧ ਸੰਗਤ, ਸਮਾਂ ਆਇਆ, ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਰਹਿਮਤਾਂ ਕੀਤੀਆਂ। ਪਰਖ ਤਿੰਨਾਂ ਪੁੱਤਰਾਂ ਦੀ ਹੋਈ। ਸਭ ਤੋਂ ਵੱਡੇ ਪ੍ਰਿਥੀ ਚੰਦ, ਛੋਟੇ ਮਹਾਦੇਵ, ਜਿਹੜੇ ਪਰਖ 'ਚ ਨਹੀਂ ਪੂਰੇ ਉਤਰੇ ਤੇ ਬਖਸ਼ੀਆਂ ਹੋਈਆਂ ਛੋਟੇ ਪੁੱਤਰ, ਛੋਟੇ ਸਾਹਿਬਜ਼ਾਦੇ ਅਰਜਨ ਦੇਵ ਜੀ, ਜਿਨ੍ਹਾਂ 'ਤੇ ਰਹਿਮਤ ਕੀਤੀ। ਮਹਾਰਾਜ ਨੇ ਭੇਜਿਆ ਸੀ ਲਾਹੌਰ, ਜਾਣ ਲੱਗੇ ਬਚਨ ਕੀਤਾ ਜਦ ਤੱਕ ਅਸੀਂ ਬੁਲਾਈਏ ਨਾ ਤੁਸੀਂ ਵਾਪਸ ਨਹੀਂ ਆਉਣਾ। ਆਪਾਂ ਸਾਰੇ ਜਾਣਦੇ ਵੀ ਕਿਵੇਂ ਅਰਜਨ ਦੇਵ ਜੀ ਨੇ ਉੱਥੇ 2 ਚਿੱਠੀਆਂ ਪਹਿਲਾਂ ਲਿਖੀਆਂ ਸੀਗੀਆਂ, ਜਿਹੜੀਆਂ ਪ੍ਰਿਥੀ ਚੰਦ ਦੇ ਹੱਥ ਆ ਗਈਆਂ ਸੀ। ਤੀਸਰੀ ਚਿੱਠੀ ਲਿਖੀ ਸੀ, ਸਿੱਖ ਨੂੰ ਸਮਝਾਉਣਾ ਕੀਤਾ ਸੀ ਇਹ ਚਿੱਠੀ ਗੁਰੂ ਪਿਤਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਕੋਲ ਪਹੁੰਚਣੀ ਚਾਹੀਦੀ ਹੈ। ਜੇ ਲਿਖਿਆ ਵੀ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ। ਮੋਹ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਹਾਂ ਘੋਲੀ ਜੀਓ ਘੋਲ ਘੁਮਾਈ, ਤੇ ਸੱਚੇ ਗੁਰ ਦਰਬਾਰੇ ਜੀਓ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਕੋਲ ਚਿੱਠੀ ਪਹੁੰਚੀ। ਮਹਾਰਾਜ ਚਿੱਠੀ ਪੜ੍ਹੀ ਤੇ ਅੰਗ ਲਿਖਿਆ ਸੀ 3। ਉਹ ਗੁਰਸਿੱਖ ਨੂੰ ਪੁੱਛਦੇ ਆ ਕੋਈ ਪਹਿਲਾਂ ਵੀ ਚਿੱਠੀ ਦਿੱਤੀ ਹੈ? ਕਹਿੰਦੇ 2 ਚਿੱਠੀਆਂ ਮੈਂ ਪਹਿਲਾਂ ਵੀ ਦੇ ਗਿਆ। ਉਹ ਪ੍ਰਿਥੀ ਚੰਦ ਦੇ ਕੋਲ, ਪ੍ਰਿਥੀ ਚੰਦ ਇਸ ਗੱਲ ਤੋਂ ਮੁੱਕਰ ਜਾਂਦਾ ਵੀ ਮੇਰੇ ਕੋਲ ਕੋਈ ਚਿੱਠੀ ਨਹੀਂ ਆਈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕੀਤੀ, ਬਾਬਾ ਬੁੱਢਾ ਜੀ ਉਹਨਾਂ ਨੂੰ, ਭਾਈ ਗੁਰਦਾਸ ਜੀ ਹੁਣੀ ਆਦਿ 5 ਗੁਰਸਿੱਖ ਭੇਜੇ ਵੀ ਲਾਹੌਰ ਤੋਂ ਅਰਜਨ ਦੇਵ ਨੂੰ ਲੈ ਕੇ ਆਓ। ਜਿਹੜੇ ਲੈ ਕੇ ਆਏ, ਗੁਰੂ ਕੀ ਸਾਧ ਸੰਗਤ, ਜਿਵੇਂ ਉਹਦੀ ਬਾਣੀ 'ਚ ਲਿਖਿਆ ਆ ਵੀ ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ, ਬਿਲਬ ਕਰੇ ਚਾਤਰ ਕੀ ਨਿਆਈ। ਇੱਦਾਂ ਦਾ ਸਮਾਂ ਬੀਤ ਰਿਹਾ ਸੀ, ਨਾ ਦਿਨੇ ਚੈਨ, ਨਾ ਰਾਤ ਆਰਾਮ, ਨਾ ਭੁੱਖ ਲੱਗਦੀ ਆ, ਨਾ ਨੀਂਦ ਆਉਂਦੀ ਆ। ਮਨ 'ਚ ਤੜਫ ਆ ਕੇਵਲ ਗੁਰੂ ਦੇ ਦਰਸ਼ਨਾਂ ਦੀ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਸਾਡੇ ਵੀ ਮਨ 'ਚ ਇੰਨਾ ਪਿਆਰ ਆ ਜਾਵੇ, ਅਸੀਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਤੋਂ ਬਗੈਰ ਸਾਡਾ ਜੀਵਨ ਜਿਹੜਾ ਉਹ ਰਹਿ ਨਾ ਰਵੇ। ਸਾਡੇ ਮਨ 'ਚ ਸਿੱਖ ਹੋਵੇ ਜੇ ਅਸੀਂ ਗੁਰੂ ਦੇ ਦਰਸ਼ਨ ਨਹੀਂ ਕਰਦੇ, ਸਾਡਾ ਜੀਵਨ ਵਿਅਰਥ ਹੀ ਜਾ ਰਿਹਾ। ਸਾਨੂੰ ਐਸਾ ਪਿਆਰ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਗੁਰੂ ਕੀ ਸਾਧ ਸੰਗਤ
ਜ਼ਿਕਰ ਆਉਂਦਾ ਵੀ ਮਹਾਰਾਜ ਜੀ ਬਿਰਾਜਮਾਨ ਸੀ। ਗੁਰਸਿੱਖ ਇੱਕ ਆਇਆ, ਉਹਨੇ ਇੱਕ ਪੌੜੀ ਪੜ੍ਹੀ ਬਾਣੀ ਦੀ, ਜਿਹਦੇ 'ਚ ਪਦ ਅਖੀਰ 'ਤੇ ਲਿਖਿਆ ਸੀ, ਮਿਹਰਬਾਨ ਨੇ ਆਪਣਾ ਨਾਂ ਲਿਖਿਆ ਸੀ ਅਖੀਰ 'ਤੇ ਜਾ ਕੇ। ਮਿਹਰਬਾਨ ਪੁੱਤਰ ਸੀ ਪ੍ਰਿਥੀ ਚੰਦ ਦਾ। ਸਾਧੂਆਂ ਨੇ ਵਿਚਾਰ ਕੀਤੀ ਵੀ ਮਹਾਰਾਜ ਨੇ ਜੋ ਬਾਣੀ ਉਚਾਰਨ ਕੀਤੀ, ਇਹਨੂੰ ਨਿਰਪੱਖ ਰੱਖਣਾ ਚਾਹੀਦਾ, ਇਹਦੇ ਵਿੱਚ ਕੋਈ ਗੰਦਲਾ ਨਹੀਂ ਪੈਣਾ ਚਾਹੀਦਾ। ਸੋ ਮਹਾਰਾਜ ਨੇ ਦਇਆ ਕੀਤੀ, ਬਾਣੀ ਉਚਾਰਨ ਵਾਸਤੇ ਸਮਾਂ ਬਣਾਇਆ। ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸੁਭਾਏਮਾਨ ਆ, ਉੱਥੇ ਥੋੜ੍ਹਾ ਛੋਟਾ ਛੱਪੜ ਸੀ, ਬੇਰੀਆਂ ਦਾ ਝੁੰਡ ਸੀ, ਜਗ੍ਹਾ ਸਾਫ਼ ਹੋਈ, ਤੰਬੂ ਲੱਗਿਆ। ਉਦੋਂ ਪਹਿਲਾਂ ਮਹਾਰਾਜ ਨੇ ਦਇਆ ਕੀਤੀ, ਕਹਿਣ ਲੱਗੇ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਸੁਪੁੱਤਰ ਬਾਬਾ ਮੋਹਨ ਜੀ ਜਿਹੜੇ ਚਵਾਰੇ 'ਚ ਰਹਿੰਦੇ ਆ, ਉਹਨਾਂ ਕੋਲ ਪੋਥੀਆਂ ਬਾਣੀ ਦੀਆਂ। ਭਾਈ ਗੁਰਦਾਸ ਜੀ ਬੇਨਤੀ ਕਰਕੇ ਗਏ, ਪਰ ਧੰਨ ਬਾਬਾ ਮੋਹਨ ਜੀ ਦੀ ਸਮਾਧੀ ਨਹੀਂ ਖੋਲ੍ਹੀ, ਕੋਈ ਬਚਨ ਹੀ ਨਹੀਂ ਕੀਤਾ। ਵਾਪਸ ਆ ਗਏ। ਬਾਬਾ ਬੁੱਢਾ ਜੀ ਜਾਂਦੇ ਆ, ਉਹਨੇ ਵੀ ਬਹੁਤ ਯਤਨ ਕੀਤਾ, ਸਮਾਧੀ ਐਸੀ ਲੱਗੀ ਸੀ, ਕੋਈ ਆਵਾਜ਼ ਆਈ ਨਹੀਂ, ਕੋਈ ਆਵਾਜ਼ ਸੁਣੀ ਨਹੀਂ। ਕਹਿਣ ਲੱਗੇ ਆਣ ਕੇ ਬਾਬਾ ਜੀ ਕਹਿੰਦੇ ਮਹਾਰਾਜ ਮੁਸ਼ਕਿਲ ਆ। ਬਾਬਾ ਜੀ ਬਚਨ ਹੀ ਕੋਈ ਨਹੀਂ ਕਰਦੇ, ਨੇਤਰ ਖੋਲ੍ਹਦੇ ਨਹੀਂ, ਬਾਣੀ ਮਿਲਣੀ ਔਖੀ ਆ। ਗਰੀਬ ਨਵਾਜ ਗੁਰੂ ਅਰਜਨ ਦੇਵ ਪਾਤਸ਼ਾਹ ਜ਼ਿਕਰ ਆਉਂਦਾ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨੰਗੇ ਪੈਰੀਂ ਨੰਗੇ ਚਾਰੀ ਚੱਲ ਕੇ ਗੋਂਦਵਾਲ ਸਾਹਿਬ ਪਹੁੰਚਦੇ ਆ। ਬਾਬਾ ਮੋਹਨ ਜੀ ਦੀ ਉਸਤਤ ਕਰਦੇ ਆ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਸੋਹਣ ਧਰਨ ਦੁਆਰ ਜੀਓ। ਪਹਿਲੀ ਪੌੜੀ ਜਿਹੜੇ ਮਹਾਰਾਜ ਨੇ ਉਚਾਰਨ ਕੀਤੀ ਆ, 4 ਪੌੜੀਆਂ ਸ਼ਬਦ ਦੀਆਂ ਇਹਦੀਆਂ। ਮੋਹਨ ਜੀ ਹੁਣੇ ਸਮਾਧੀ ਖੋਲ੍ਹੀ, ਚਵਾਰੇ ਥੱਲੇ ਆ ਜਾਂਦੇ ਆ, ਦਰਸ਼ਨ ਕਰਦੇ ਆ, ਨਮਸਕਾਰ ਕਰਦੇ ਆ। ਕਹਿਣ ਲੱਗੇ ਤੁਸੀਂ ਇਸੇ ਨਿਮਰਤਾ ਨਾਲ ਸਾਡਾ ਘਰ ਲੁੱਟਿਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਹੁਤ ਵਡਿਆਈ ਕੀਤੀ, ਸਾਰੀਆਂ ਪੋਥੀਆਂ ਬਾਣੀ ਦੀਆਂ ਗੁਰੂ ਸਾਹਿਬ ਨੂੰ ਬਖਸ਼ ਦਿੱਤੀਆਂ। ਬੇਨਤੀ ਕੀਤੀ ਵੀ ਮੇਰੇ 'ਤੇ ਵੀ ਦਇਆ ਰੱਖਿਓ, ਮੈਨੂੰ ਇੱਦਾਂ ਪਿਆਰ ਬਖਸ਼ ਦਿਓ, ਆਪਦੇ ਚਰਨਾਂ ਨਾਲ ਜੁੜੇ ਰਹੀਏ। ਗੁਰੂ ਸਾਹਿਬ ਨੇ ਉਹ ਬਾਣੀ ਦਾ ਸਤਿਕਾਰ ਕੀਤਾ, ਇੱਕ ਖਾਸਾ ਤਿਆਰ ਕਰਵਾਇਆ ਪਾਲਕੀ ਦੇ ਵਾਂਗੂ, ਉਹਦੇ ਵਿੱਚ ਮਹਾਰਾਜ ਪੋਥੀਆਂ ਰੱਖ ਕੇ ਸਜਾ ਕੇ, ਕੰਧਿਆਂ ਦੇ ਪਾਲਕੀ ਚੁਕਾ ਕਰਕੇ ਮਹਾਰਾਜ ਜੀ ਨੰਗੇ ਚਰਨੀ ਗੋਂਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਪਹੁੰਚਦੇ ਆ। ਦੁੱਖ ਭੰਜਣੀ ਬੇਰੀ ਦੇ ਕੋਲ 68 ਤੀਰਥ ਜਗ੍ਹਾ ਬਣੀ ਹੋਈ ਆ, ਉੱਥੇ ਮਹਾਰਾਜ ਨੇ ਪੋਥੀਆਂ ਸਜਾਉਣਾ ਕੀਤੀਆਂ ਸੀਗੀਆਂ। ਅਤੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਨੇ ਬਚਨ ਕੀਤਾ ਵੀ ਤੁਸੀਂ ਇੱਥੇ ਬਾਣੀ ਪੜ੍ਹਨੀ, ਨਾਮ ਜਪਣਾ, ਅੰਮ੍ਰਿਤ ਵੇਲੇ ਦਰਸ਼ਨ ਕਰਾਂਗੇ ਅਸੀਂ। ਸੋ ਗੁਰੂ ਕੀ ਸਾਧ ਸੰਗਤ, ਉਹਨਾਂ ਨੇ ਸਾਡੇ 'ਤੇ ਰਹਿਮਤ ਕੀਤੀ ਹੈ। ਪੋਥੀ ਪਰਮੇਸ਼ਰ ਦਾ ਥਾਨ ਤਿਆਰ ਕੀਤਾ, ਜਿਹਦੇ ਵਿੱਚ ਸਾਧੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਆ। ਇਹ ਬਾਣੀ ਵਿੱਚੋਂ ਇੰਨਾ ਕਹਿੰਦੇ ਪਿਆਰ ਮਿਲਦਾ ਆ, ਬਾਣੀ ਵਿੱਚੋਂ ਇੰਨਾ ਰੱਬੀ ਗਿਆਨ ਮਿਲਦਾ ਆ। ਭੁੱਲਿਆਂ ਭਟਕਿਆਂ ਦਾ ਜੀਵਨ ਜਿਹੜਾ ਕਹਿੰਦੇ ਗੁਰੂ ਨਾਲ ਜੁੜ ਜਾਂਦਾ ਆ। ਆਪਾਂ ਅੰਮ੍ਰਿਤ ਵੇਲੇ ਰੋਜ਼ ਹੀ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਨੇ ਬਖਸ਼ੀ ਕੀਤੀ ਆ। ਜੇ 4 ਪੌੜੀਆਂ ਮਹਾਰਾਜ ਨੇ ਬਖਸ਼ੀ ਕੀਤੀਆਂ ਸੁਣਨ ਵਾਸਤੇ, ਵੀ ਸੁਣਨ ਦੇ ਨਾਲ ਕੀ ਕੁਛ ਪ੍ਰਾਪਤ ਹੁੰਦਾ। ਮਹਾਰਾਜ ਕਿਰਪਾ ਕਰੇ ਵੀ ਸੁਣੈ ਸਿੱਧ ਪੀਰ ਸੁਰਨਾਥ, ਕਹਿੰਦੇ ਜਿਹੜੇ ਸਿੱਧ ਆ, ਪੀਰ ਆ, ਨਾਥ ਆ, ਕਹਿੰਦੇ ਉਹਨਾਂ ਵਾਲਾ ਗਿਆਨ ਪ੍ਰਾਪਤ ਹੋ ਜਾਂਦਾ ਮਹਾਰਾਜ ਦੀ ਬਾਣੀ ਸੁਣਨ ਦੇ ਨਾਲ, ਨਾਮ ਸੁਣਨ ਦੇ ਨਾਲ। ਅੱਗੇ ਜਾ ਕੇ ਮਹਾਰਾਜ ਕਿਰਪਾ ਕਰੇ ਵੀ ਸੁਣੈ ਮੁਖ ਸਲਾਹਣ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ। ਮਹਾਰਾਜ ਕਿਰਪਾ ਕਰੇ ਜਿਹੜੇ ਕਹਿੰਦੇ ਮੰਦੀ ਬਿਰਤੀ ਵਾਲਾ ਮਨੁੱਖ ਆ, ਜੇ ਬਾਣੀ ਸੁਣ ਲਵੇ, ਨਾਮ ਸੁਣ ਲਵੇ, ਅਤੇ ਉਹ ਸਲਾਹੁਣ ਯੋਗ ਹੋ ਜਾਂਦਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਗੁਰਸਿੱਖ ਭਾਈ ਮੇਰੂ, ਜਿਹੜਾ ਗੁਰੂ ਕੀ ਸੰਗਤ ਪਿਛਲਾ ਕਿਸੇ ਮਾੜੇ ਕਰਮ ਕਰਕੇ ਚੋਰੀ ਦਾ ਕੰਮ ਕਰਦਾ ਸੀ, ਮੱਝ ਲਿਆਉਂਦਾ ਸੀ ਖੋਲ੍ਹ ਕੇ ਕਿਸੇ ਦੀ,
ਦੁੱਧ ਆਪ ਪੀਂਦਾ ਸੀ, ਕੱਟੂ ਪਿੱਛੇ ਉਹਦਾ ਛੱਡਿਆ ਹੁੰਦਾ ਸੀ। ਸਾਧੂਆਂ ਦੀ ਮਿਹਰ ਹੋਈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਦਰਸ਼ਨ ਹੋਇਆ। ਸਾਧੂਆਂ ਨੇ ਰਹਿਮਤ ਕੀਤੀ, ਪੂਰਬ ਕਰਮ ਅੰਕੁਰ ਜੈ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਪਿਛਲਾ ਜਿਹੜਾ ਕਰਮ ਸੀ ਜਾਗਿਆ, ਮਹਾਰਾਜ ਨੇ ਕਿਰਪਾ ਕੀਤੀ। ਕਹਿੰਦੇ ਭਾਈ ਮੇਰੂ ਕਰਦਾ ਕੀ ਆ? ਕਹਿੰਦਾ ਚੋਰੀ ਕਰਦਾ। ਕਹਿੰਦਾ ਕਾਹਦੀ? ਮੱਝਾਂ ਖੋਲ ਕੇ ਲਿਆਉਣਾ, ਦੁੱਧ ਆਪ ਪੀ ਲੈਣਾ। ਕਹਿੰਦੇ ਹੁਣ ਵੀ ਮੱਝ ਲਿਆਂਦੀ ਆ, ਕਹਿੰਦੇ ਕੋਲ ਬੰਨੀ ਹੋਆ ਵੱਜੀ ਹੋਆ। ਕਹਿੰਦੇ ਇਹ ਬਹੁਤ ਮਾੜਾ ਕਰਮ ਆ। ਜੇਕਰ ਉਹਦਾ ਮੱਝ ਖੋਲੀ ਘਰੋਂ, ਜਿੱਥੋਂ ਖੋਲ ਕੇ ਲਿਆ ਸੀ ਉਹ ਘਰੇ ਲੈ ਗਿਆ, 2 ਸਾਲ ਬਾਅਦ ਲਿਜਾ ਕੇ ਮੱਝ ਖੜੀ ਕੀਤੀ, 2 ਸਾਲ ਦੁੱਧ ਦੇ ਪੈਸੇ ਇਕੱਠੇ ਕਰਕੇ ਲੈ ਗਿਆ। ਉਹ ਜਾ ਕੇ ਘਰ ਵਾਲੇ ਕਹਿੰਦਾ ਯਾ ਭਾਈ ਤੇਰੀ ਮੱਝ ਆ। ਉਹ ਮੱਝ ਦੇਖਦਾ, ਕਹਿੰਦਾ ਤੂੰ ਕਿੱਥੋਂ ਲੈ ਕੇ ਆਇਆ? ਕਹਿੰਦਾ 2 ਸਾਲ ਪਹਿਲਾਂ ਤੇਰੇ ਕੀਲੇ ਤੋਂ ਖੋਲ ਕੇ ਲਿਆ ਸੀ। ਕਹਿੰਦੇ ਇੰਨੇ ਪੈਸੇ ਆ ਤੇਰੀ ਮੱਝ ਦਾ, ਮੈਂ ਦੁੱਧ ਪੀਤਾ। ਕਹਿੰਦਾ ਇਹ ਮੈਂ ਤੇਰਾ ਆਧਾਰ ਚੁਕਾਉਣ ਵਾਸਤੇ ਆਇਆ। ਜੋ ਸੱਚੇ ਪਾਤਸ਼ਾਹ ਜੋ ਬਾਣੀ 'ਚ ਕਿਰਪਾ ਕੀਤੀ, ਸੁਣਿਆ ਮੁਖ ਸਲਾਹਣ ਮੰਦ। ਜਿਹੜਾ ਮਾੜੀ ਬੁੱਧੀ ਵਾਲਾ ਬੰਦਾ ਜੋ ਨਾਮ ਨਾਲ ਜੁੜ ਜਾਂਦਾ, ਸੰਗਤ 'ਚ ਆ ਜਾਂਦਾ ਅਤੇ ਪਿਛਲਾ ਕਰਮ ਜਾਗ ਪੈਂਦਾ, ਉਹ ਸਲਾਹੁਣ ਯੋਗ ਹੋ ਜਾਂਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਰਪਾ ਕੀਤੀ ਸੀ। ਸਾਰੀ ਬਾਣੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਆਪਣੀ ਰਸਾਂ ਤੋਂ ਉਚਾਰਨ ਕਰਦੇ ਆ। ਭਾਈ ਗੁਰਦਾਸ ਜੀ ਲਿਖਦੇ ਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਰਾਜ ਆਪ ਨੇ ਭਗਤਾਂ ਦੀ ਬਾਣੀ ਲਿਖਾਈ ਆ, ਉਹਦੇ ਦਰਸ਼ਨ ਵੀ ਹੋ ਸਕਦੇ ਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਰਪਾ ਕੀਤੀ। ਕਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅੱਗੇ ਵਾਲੇ ਟਾਈਮ ਤੋਂ ਕਹਿੰਦੇ 1 ਘੜੀ ਪਹਿਲਾਂ ਆ ਜਾਣਾ। ਭਾਈ ਗੁਰਦਾਸ ਜੀ ਹੁਣੀ ਇਸ਼ਨਾਨ ਕੀਤਾ ਅੰਮ੍ਰਿਤ ਵੇਲੇ, ਹੁਕਮ ਦੇ ਅਨੁਸਾਰ ਮਿੱਥੇ ਸਮੇਂ ਦੇ 1 ਘੜੀ ਪਹਿਲਾਂ ਚਲੇ ਗਏ। ਭਗਤ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਤੰਬੂ ਵਿੱਚੋਂ ਵਾਰੀ ਮੱਥਾ ਟੇਕ ਨਿਕਲਦੇ ਆ। ਭਗਤ ਫਰੀਦ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, 15 ਭਗਤਾਂ ਦੀ ਬਾਣੀ ਆ। ਉਹਨਾਂ ਭਗਤਾਂ ਦੀ ਬਾਣੀ ਸਾਧੂਆਂ ਨੇ ਦਰਜ ਕੀਤੀ, ਜਿਸ ਬਾਣੀ ਵਿੱਚੋਂ ਪਰਮੇਸ਼ਰ ਦੇ ਘਰ ਦਾ ਗਿਆਨ ਪ੍ਰਾਪਤ ਹੁੰਦਾ। ਜੇ ਭਗਤ ਰਵਿਦਾਸ ਜੀ ਦਾ ਆਪਾਂ ਸ਼ਬਦ ਪੜ੍ਹੀਏ, ਉਹਦੇ ਵਿੱਚੋਂ ਵੀ ਗਿਆਨ ਮਿਲਦਾ। ਉਹ ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਧੋ ਜਨਮ ਤੁਮਾਰੇ ਲੇਖੇ। ਕਹਿੰਦੇ ਬਹੁਤ ਜਨਮ ਬੀਤ ਗਏ ਤੁਹਾਡੇ ਤੋਂ ਵਿਛੜਿਆਂ ਨੂੰ, ਆਹ ਜਿਹੜਾ ਜਨਮ ਆ ਇਹ ਆਪ ਹੀ ਦੇ ਲੇਖੇ ਆ। ਬਹੁਤ ਜਨਮ ਵਿਛੜੇ ਥੇ ਮਾਧੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚੇਤ ਭਇਓ ਦਰਸ਼ਨ ਦੇਖੇ। ਕਬੀਰ ਜੀ ਬਚਨ ਲਿਖਦੇ ਆ, ਕਹਿੰਦੇ ਚੱਕਵੀ ਦੇ ਚੱਕਵਾ 2 ਜਾਨਵਰ ਆ, ਕਿਸੇ ਕਾਰਨ ਕਰਕੇ ਦੋਨਾਂ ਦਾ ਆਪਸ ਵਿੱਚ ਹੀ ਰਾਤ ਨੂੰ ਸ਼ਾਮ ਨੂੰ ਵਿਛੋੜਾ ਹੋ ਜਾਂਦਾ। ਰਹਿੰਦੇ ਤਲਾਅ ਦੇ ਕੰਢੇ 'ਤੇ ਦੋਨੋਂ ਹੀ। ਕਹਿੰਦੇ ਇੱਕ ਉੱਧਰ ਉੱਡ ਕੇ ਚਲੇ ਜਾਂਦਾ, ਦੂਸਰਾ ਉੱਧਰ ਨੂੰ ਉੱਡ ਕੇ ਚਲੇ ਜਾਂਦਾ। ਉਹਨੇ ਬਚਨ ਲਿਖਿਆ ਵੀ ਚੱਕਵੀ ਜੋ ਸਿਓ ਨਾਲ ਵਿਸਰੈ ਆਏ ਮਿਲੇ ਪ੍ਰਭਾਤ। ਕਹਿੰਦੇ ਸਮਝਾਉਂਦੇ ਸਾਨੂੰ, ਕਹਿੰਦੇ ਉਹ ਦੋਨੇ ਜਾਨਵਰ ਰਾਤ ਨੂੰ ਵਿਛੜ ਜਾਂਦੇ ਆ, ਦਿਨ ਚੜ੍ਹੇ ਫੇਰ ਉਹ ਇਕੱਠੇ ਹੋ ਜਾਂਦੇ ਆ। ਉਹ ਅੱਗੇ ਲਿਖਦੇ, ਕਹਿੰਦੇ ਜੋ ਨਾਲ ਵਿਸਰੇ ਰਾਮ ਸਿਓ, ਨਾ ਦਿਨ ਮਿਲੇ ਨਾ ਰਾਤ। ਜਿਹੜਾ ਕਹਿੰਦੇ ਗੁਰੂ ਤੋਂ ਪਰਮੇਸ਼ਰ ਤੋਂ ਵਿਛੜ ਜਾਂਦਾ, ਨਾ ਉਹ ਦਿਨੇ ਮਿਲਦਾ ਮੁੜ ਕੇ, ਨਾ ਰਾਤ ਮਿਲਦਾ, ਫਿਰ ਜੂਨਾਂ ਭੋਗਣੀਆਂ ਪੈਂਦੀਆਂ। ਸੋ ਸਾਧੂਆਂ ਨੇ ਸਾਨੂੰ ਜੂਨਾਂ ਤੋਂ ਬਚਣ ਵਾਸਤੇ ਰਹਿਮਤ ਕੀਤੀ ਹੈ, ਰੱਬੀ ਬਾਣੀ ਬਖਸ਼ੀ ਕੀਤੀ ਆ। ਜਿਹਦੇ ਮਹਾਰਾਜ ਨੇ ਬਚਨ ਲਿਖੇ ਵੀ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਬਾਣੀ ਪੜ੍ਹਨ ਦੇ ਨਾਲ, ਬਾਣੀ ਸੁਣਨ ਦੇ ਨਾਲ ਭੁੱਲਿਆਂ ਭਟਕਿਆਂ ਦਾ ਜੀਵਨ ਜਿਹੜਾ ਸਫਲਾ ਹੋ ਜਾਂਦਾ, ਗੁਰੂ ਚਰਨ ਨਾਲ ਜੁੜ ਜਾਂਦਾ। ਕਿੰਨਿਆਂ ਗੁਰਸਿੱਖਾਂ ਦੀਆਂ, ਗੁਰੂ ਸਾਹਿਬ ਤੋਂ ਲੈ ਕੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਗੁਰਸਿੱਖਾਂ ਦੀਆਂ ਕਿੰਨਿਆਂ ਦੀਆਂ ਕਥਾਵਾਂ ਹੁੰਦੀਆਂ। ਜੇ ਭਾਈ ਬਿਧੀ ਚੰਦ ਆਪਾਂ ਜੀਵਨ ਦੇਖਦੇ ਹਾਂ, ਉਹਨਾਂ ਦਾ ਵੀ ਕਰਮ ਕੋਈ ਐਸਾ ਸੀ, ਪਰ ਪਿਛਲਾ ਕਰਮ ਜਿਹੜਾ ਸੀ ਕਮਾਈ ਵਾਲਾ ਸੀ, ਵਿੱਚ ਕੋਈ ਕਾਲਾ ਪੈ ਗਿਆ ਦਾਗ, ਜਿਹਦੇ ਕਰਕੇ ਉਹ ਵੀ ਐਸਾ ਕਰਮ ਕਰਦੇ ਸੀ। ਮੱਝਾਂ ਉਹਨੇ ਵੀ ਚੋਰੀ ਕੀਤੀਆਂ ਸੀ, ਪਿੱਛੇ ਪਿੰਡ ਦੀ ਬਾਧ ਲੱਗੀ ਸੀ, ਮੱਝਾਂ ਲਈ ਜਾਂਦੇ ਆ। ਅੱਗੇ ਇੱਕ ਅਸਥਾਨ ਆਉਂਦਾ ਭਾਈ ਅਦਲੀ, ਬਾਬਾ ਅਦਲੀ ਵੀ ਕਹਿੰਦੇ ਆ,
ਉਹ ਬੰਦਗੀ ਵਾਲਾ ਸੀ। ਉਹਦੇ ਸਥਾਨ ਦੇ ਮੂਹਰੇ ਛੱਪੜ ਸੀ, ਮੱਝਾਂ ਛੱਪੜ 'ਚ ਵਾੜ ਦਿੱਤੀਆਂ। ਜਾ ਕੇ ਬਾਬਾ ਜੀ ਦੇ ਚਰਨੀ ਹੱਥ ਲਾਇਆ, ਕਹਿਣ ਲੱਗੀ ਜੀ ਮੈਨੂੰ ਬਚਾ ਲਓ। ਕਹਿੰਦੇ ਕੀ ਹੋਇਆ? ਨਹੀਂ ਜੀ ਮੈਂ ਮੱਝਾਂ ਚੋਰੀ ਕੀਤੀਆਂ, ਪਿੱਛੇ ਬੰਦੇ ਲੱਗੇ ਆਉਂਦੇ ਆ। ਕਹਿੰਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਚਰਨਾਂ ਧਿਆਨ ਧਰ ਕੇ ਅੱਖਾਂ ਮੀਟ ਕੇ ਇੱਥੇ ਬੈਠ ਜਾ, ਸਤਿਨਾਮ ਦਾ ਜਾਪ ਕਰ। ਕਹਿੰਦੇ ਤੂੰ ਅੱਖਾਂ ਨਹੀਂ ਖੋਲ੍ਹਣੀਆਂ। ਜਦੋਂ ਬਿਪਤਾ ਪਈ ਹੋਵੇ ਕਹਿੰਦੇ ਉਹਨੇ ਪਰਮੇਸ਼ਰ ਦਾ ਨਾਮ ਵੀ ਬਹੁਤ ਮਿੱਠਾ ਲੱਗਦਾ। ਹੁਣ ਜਾਨ ਵੀ ਪਿਆਰੀ ਸੀ। ਪਤਾ ਜਿਹੜੇ ਬਾਅਦ ਆ ਗਈ ਉਹਨੇ ਕਿਸੇ ਕੋ ਦਾਤ ਹੈ, ਕਿਸੇ ਕੋ ਕਿਰਪਾਨ ਹੈ, ਕਿਸੇ ਕੋ ਟਾਗੂਆ ਹੈ, ਕਿਸੇ ਕੋ ਟੋਕਾ ਹੈ, ਕਿਸੇ ਕੋ ਕੁਛ ਹੈ, ਛੱਡਣਾ ਕੁਛ ਹੈ ਨਹੀਂ, ਬੋਟੀ ਬੋਟੀ ਕਰ ਦੇਣੀ ਉਹਨੇ। ਪਰ ਮਹਾਂਪੁਰਸ਼ਾਂ ਦਾ ਬਚਨ ਹਿਰਦੇ 'ਚ ਵਸ ਗਿਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਚਰਨਾਂ ਦਾ ਧਿਆਨ ਧਰਿਆ, ਨਾਮ ਦੇ ਨਾਲ ਜੁੜੇ। ਪਿੰਡ ਵਾਲੇ ਆ ਗਏ, ਮੱਝਾਂ ਵਾਲੇ, ਕਹਿਣ ਲੱਗੇ ਸਾਡਾ ਚੋਰ ਆਇਆ। ਕਹਿੰਦੇ ਦੇਖ ਲਓ ਕਿੱਥੇ ਆ। ਕਹਿੰਦੇ ਸਾਡੀਆਂ ਮੱਝਾਂ ਸੀ ਇੱਥੇ ਛੱਪੜ 'ਚ ਵਾੜੀਆਂ, ਤੇ ਮੱਝਾਂ ਵੀ ਦੇਖ ਲਓ। ਉਹ ਮੱਝਾਂ ਦੇਖਦੇ, ਜਿਹੜੀਆਂ ਮੱਝਾਂ ਬੂਰੀਆਂ ਸੀ ਉਹ ਕਾਲੀਆਂ ਹੋ ਜਾਂਦੀਆਂ, ਕਾਲੀਆਂ ਮੱਝਾਂ ਦਾ ਰੰਗ ਚਿੱਟਾ ਹੋ ਜਾਂਦਾ। ਜਿਹਨਾਂ ਸਿੰਘ ਕੁੰਡੇ ਸੀ ਉਹ ਸਿੱਧੇ ਹੋ ਜਾਂਦੇ ਆ, ਜਿਹਨਾਂ ਸਿੰਘ ਸਿੱਧੇ ਉਹ ਕੁੰਡੇ ਹੋ ਜਾਂਦੇ ਆ। ਸਾਰਾ ਹੁਲੀਆ ਹੀ ਬਦਲ ਜਾਂਦਾ।